गुरु नानक पाद पंकज बंदन, पाद पंकज बंदन। सिमरो अंगद दुख एकंदन। गुर अमरदास हृदय नित ध्यान, हृदय नित ध्यान। श्री गुरु रामदास गुण गाओ। गुर अर्जन बिगमन के नासक, बिगनन के नासक। श्री हर गोविंद शुभ सुमत प्रकाशक। श्री हर राय नमो कार जोरी, नमो कार जोरी। श्री हरे कृष्ण मनाओ बहोरी। गुरु तेग बहादुर परम केर पाला, वाहिगुरु परम केर पाला। श्री गुरु गोबिंद सिंह विशाला। तारो तारा तार पुन पुन सीसा, वाहिगुरु पुन पुन सीसा। बंदो बार बार जगदीशा। जा मह अमृत ज्ञान है, माणिक भगत बैराग। श्री गुरु ग्रंथ साहिब उदद, बंदों कर अनुराग। एक अंकार सतगुरु, तेह प्रसाद सच होए। वाहिगुरु जी की फतेह है, बिघन विनाशन सोए। वाहिगुरु जी की फतेह है, बिघन विनाशन सोए। श्री वाहिगुरु जी नहीं याद मेरे पुन रहयो, नीरष पावन जो तैं कहयो। तब ही आयो निकट अयाली, कीन बंदना बिनय विशाली। वाहिगुरु जी का खालसा, वाहिगुरु जी की फतेह। जुग हो जुग अटल, चबर छतर तखत दे मालिक। तन तन साहिब सतगुरु श्री गुरु ग्रंथ ਸਾਹਿਬ महाराज सच्चे पातशाह जी दी पावन पवित्र हजूरी अंदर सज बैठी साध संगत जियो। आप जी वड भागे हो, जो निता प्रति दी तरह अज भी गुरु साहब जी दे पावन पवित्र चरण कमलों विच बैठ के गुरु की अमृतमय बाणी का कीर्तन श्रवण करके अपना जीवन सफला बना रहे सी। साध संगत जियो, लड़ीवार गुर इतिहास की कथा आपने कल दे दीवान विच इथों तक विचारी और श्रवण कीते कि भाई भगतो अपनी माता दे समेत मालवे के इलाके विचों आ रहे ने
ਰਸਤੇ ਵਿੱਚ ਮਾਂ ਨੇ ਪਿਆਸ ਦੀ ਗੱਲ ਕਹੀ। ਭਾਈ ਭਗਤੂ ਜੀ ਨੇ ਕਿਹਾ, ਮਾਤਾ ਜੀ ਮੈਂ ਜਲ ਲੈ ਕੇ ਆਉਣਾ, ਇਸ ਇਲਾਕੇ ਵਿੱਚ ਪਾਣੀ ਨਹੀਂ ਹੈ। ਜੇ ਮੇਰੇ ਆਉਣ ਤੱਕ ਤੁਹਾਨੂੰ ਬਹੁਤੀ ਪਿਆਸ ਲੱਗੇ ਤਾਂ ਆ ਢੇਮ ਚੁੱਕ ਕੇ ਪਰਾਂ ਕਰ ਦੇਣਾ, ਇਸ ਵਿੱਚੋਂ ਪਾਣੀ ਫੁੱਟੇਗਾ ਔਰ ਜਲ ਛਕ ਕੇ ਫਿਰ ਦੁਬਾਰਾ ਢੇਮ ਉੱਥੇ ਰੱਖ ਦੇਣੀ। ਇਸ ਤਰ੍ਹਾਂ ਕਹਿ ਕੇ ਆਪਣੇ ਨਗਰ ਨੂੰ ਆਪ ਨਗਰ ਵੱਲ ਚਲਾ ਗਿਆ। ਮਾਤਾ ਜੀ ਨੂੰ ਪਿਆਸ ਲੱਗੀ, ਉਹਨਾਂ ਉਸੇ ਤਰ੍ਹਾਂ ਕੀਤਾ ਜਿਵੇਂ ਭਾਈ ਭਗਤੂ ਜੀ ਨੇ ਕਿਹਾ ਸੀ, ਪਰ ਗੁਰੂ ਕੇ ਸਵਾਰੂ ਉਸ ਢੇਮ ਨੂੰ ਰੱਖਣਾ ਭੁੱਲ ਗਏ। ਭਾਈ ਭਗਤੂ ਜੀ ਆਏ, ਵੇਖਿਆ ਪਾਣੀ ਬਹੁਤ ਚਾਰ ਚਫੇਰੇ ਹੈ। ਕਹਿ ਦਿੱਤਾ, ਮਾਤਾ ਜੀ ਪਾਣੀ ਨੂੰ ਢੱਕਿਆ ਕਿਉਂ ਨਹੀਂ? ਕਹਿਣ ਲੱਗੇ, ਬੇਟਾ ਮੈਂ ਤੇਰੀ ਇਸ ਗੱਲ ਵੱਲ ਧਿਆਨ ਨਹੀਂ ਕਰ ਸਕੀ। ਗੁਰੂ ਕੇ ਸਵਾਰੋ ਇੱਕ ਅਯਾਲੀ ਨੇ ਵੀ ਭੇਡਾਂ ਬੱਕਰੀਆਂ ਸਮੇਤ ਉਥੇ ਜਲ ਨੂੰ ਛਕਿਆ। ਸਾਰੀ ਗੱਲ ਉਸ ਮਾਤਾ ਤੋਂ ਪੁੱਛੇ। ਉਸ ਤੋਂ ਬਾਅਦ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਸਾਹਿਬ ਅੱਗੇ ਕੀ ਬਚਨ ਕਰਦੇ ਨੇ, ਆਓ ਗੁਰੂ ਕੇ ਸਵਾਰੋ ਇਹਨਾਂ ਗੁਰ ਇਤਿਹਾਸ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਸਨਾ ਕਰੋ ਪਵਿੱਤਰ ਤੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਕਰੋ ਤੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਹੀਂ ਯਾਦ ਮੇਰੇ ਪੁਨ ਰਹਿਓ, ਨੀਰਸ਼ ਪਾਵਨ ਜੋ ਤੈਂ ਕਹਿਓ। ਮਾਤਾ ਜੀ ਨੂੰ ਭਾਈ ਭਗਤੂ ਜੀ ਨੂੰ ਮਾਤਾ ਜੀ ਕਹਿਣ ਲੱਗੇ, ਬੇਟਾ ਮੈਨੂੰ ਯਾਦ ਨਹੀਂ ਰਿਹਾ ਜਿਹੜਾ ਤੂੰ ਢੇਮ ਦੇ ਨਾਲ ਪਾਣੀ ਨੂੰ ਢੱਕਣ ਵਾਸਤੇ ਕਹਿ ਗਿਆ ਸੈਂ, ਮੈਂ ਉਹ ਗੱਲ ਭੁੱਲ ਗਈ, ਇਸ ਕਰਕੇ ਪਾਣੀ ਨੂੰ ਮੈਂ ਨਹੀਂ ਢੱਕ ਸਕੀ। ਤਬ ਹੀ ਆਇਓ ਨਿਕਟ ਇਆਲੀ, ਕੀਨ ਬੰਦਨਾ ਬਿਨੈ ਵਿਸਾਲੀ। ਗੁਰੂ ਕੇ ਸਵਾਰੂ ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ, ਉਹ ਅਯਾਲੀ ਜਿਹੜਾ ਬੱਕਰੀਆਂ ਸਮੇਤ ਉੱਥੇ ਆਇਆ ਸੀ, ਉਹਨੇ ਭਾਈ ਭਗਤੂ ਜੀ ਦੇ ਕੋਲ ਪਹੁੰਚਿਆ, ਬੜੇ ਪਿਆਰ ਨਾਲ ਸਤਿਕਾਰ ਕੀਤਾ, ਬੰਦਨਾ ਕੀਤੀ ਤੇ ਭਾਈ ਭਗਤੂ ਜੀ ਦੀ ਨੂੰ ਨਮਸਕਾਰ ਕਰਕੇ ਬੇਨਤੀ ਕਰਦਾ ਹੈ, ਸਤਨਾਮ ਤਿਹ ਦੈ ਉਪਦੇਸ਼ਾ, ਆਏ ਆਪਣੇ ਸਦਨ ਪਰਵੇਸਾ। ਜਦੋਂ ਉਸ ਅਯਾਲੀ ਨੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਬੇਨਤੀ ਕੀਤੀ, ਆਖਿਆ ਮੇਰਾ ਜੀਵਨ ਕਿਵੇਂ ਸਫਲਾ ਹੋ ਸਕਦਾ ਹੈ, ਤਾਂ ਭਾਈ ਭਗਤੂ ਜੀ ਨੇ ਗੁਰੂ ਕੇ ਸਵਾਰਿਓ ਜੋ ਗੁਰੂ ਘਰ ਦਾ ਉਪਦੇਸ਼ ਹੈ ਕਿ ਨਾਮ ਜਪਣ ਦੇ ਨਾਲ ਜੀਵਨ ਸਫਲਾ ਹੁੰਦਾ ਹੈ, ਉਸ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ ਉਹਨੂੰ ਦ੍ਰਿੜ ਕਰਾਇਆ ਤੇ ਆਖਿਆ, ਭਾਈ ਸਤਨਾਮ ਦਾ ਸਿਮਰਨ ਕਰਿਆ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ, ਇਸ ਤਰ੍ਹਾਂ ਭਲਾ ਹੋਵੇਗਾ। ਇਸ ਤਰ੍ਹਾਂ ਉਪਦੇਸ਼ ਦੇ ਕੇ ਗੁਰੂ ਕੇ ਸਵਾਰਿਓ ਭਾਈ ਭਗਤੂ ਜੀ ਆਪਣੇ ਘਰ ਆਏ ਹਨ। ਜਾਹਰ ਪਇਓ ਜਗਤ ਮਹਿ ਤਬੈ, ਕਰਹਿ ਭਗਤ ਭਗਤੂ ਕੀ ਸਬੈ। ਗੁਰੂ ਕੇ ਸਵਾਰਿਓ ਸਾਰੇ ਜਗਤ ਦੇ ਅੰਦਰ ਭਾਈ ਭਗਤੂ ਜੀ ਪ੍ਰਸਿੱਧ ਹੋ ਗਏ, ਜ਼ਾਹਰ ਹੋ ਗਏ ਤੇ ਸਾਰੇ ਲੋਕ ਉਸ ਭਾਈ ਭਗਤੂ ਦੀ ਖਿਦਮਤ ਕਰਦੇ ਨੇ, ਸਤਿਕਾਰ ਕਰਦੇ ਨੇ, ਅਦਬ ਕਰਦੇ ਨੇ ਵੀ ਇਹ ਤਾਂ ਬਹੁਤ ਤਾਕਤਵਾਨ ਪੁਰਸ਼ ਹੈ, ਇਹਦੇ ਵਿੱਚ ਤਾਂ ਬਹੁਤ ਵੱਡੀ ਕਲਾ ਹੈ। ਸਾਰੇ ਉਸ ਭਾਈ ਭਗਤੂ ਦਾ ਆਦਰ ਕਰਦੇ ਹਨ। ਜੰਗਲ ਕੇ ਜੋ ਗ੍ਰਾਮ ਹੈ ਸਾਰੇ, ਆਵੇਂ ਚਰਨ ਕਮਲ ਸਿਰ ਧਾਰੇ। ਕਹਿੰਦੇ ਜੰਗਲ ਤੋਂ ਭਾਵ ਹੈ ਮਾਲਵੇ ਦੇ ਇਲਾਕੇ ਦੇ ਜਿਹੜੇ ਵੀ ਪਿੰਡ ਨੇ, ਉਹਨਾਂ ਪਿੰਡਾਂ ਦੇ ਵਸਨੀਕ ਲੋਕ ਆਉਂਦੇ ਨੇ, ਸਾਰੇ ਭਾਈ ਭਗਤੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਕਿਉਂਕਿ ਬਹੁਤ ਵੱਡਾ ਸਿੱਖ ਹੈ, ਬਹੁਤ ਵੱਡੀ ਕਿਰਪਾ ਹੈ। ਔਰ ਇਸ ਕਰਕੇ
ਗੁਰੂ ਦੀ ਰਹਿਮਤ ਉਸ ਅੰਦਰ ਹੋਣ ਕਾਰਨ ਸਾਰੇ ਲੋਕ ਉਸ ਦਾ ਆਦਰ ਕਰਦੇ ਹਨ। ਦੇਹ ਅੰਮ੍ਰਿਤ ਅਚਾਏ ਆਹਾਰਾ ਪੂਜਾ ਕਰਹਿ ਅਨੇਕ ਪ੍ਰਕਾਰਾ। ਕਹਿੰਦੇ ਉਹ ਜਿਹੜੇ ਲੋਕ ਹਨ ਭਾਈ ਭਗਤੂ ਜੀ ਨੂੰ ਬੜੇ ਪਿਆਰ ਨਾਲ ਨਿਮੰਤਰਣ ਦਿੰਦੇ ਨੇ, ਬੁਲਾਉਂਦੇ ਨੇ ਤੇ ਪ੍ਰਸ਼ਾਦਾ ਛਕਾਉਂਦੇ ਨੇ, ਹੋਰ ਗੁਰੂ ਕੇ ਸਵਾਰੂ ਭੇਟਾਵਾਂ ਆਦਿਕ ਦਿੰਦੇ ਨੇ, ਬਹੁਤ ਆਦਰ ਕਰਦੇ ਹਨ। ਸ੍ਰੀ ਗੁਰੂ ਅਰਜਨ ਜੀ ਜਿਸ ਕਾਲ ਰਚਨ ਲਗੇ ਸ਼੍ਰੀ ਅੰਮ੍ਰਿਤ ਤਾਲ। ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਵੀ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੀ ਰਚਨਾ ਕਰਨ ਲੱਗੇ, ਕਹਿਣ ਤੋਂ ਭਾਵ ਅੰਮ੍ਰਿਤ ਸਰੋਵਰ ਜਿਹੜਾ ਹੈ ਉਸ ਨੂੰ ਆਰੰਭ ਕਰਨ ਲੱਗੇ। ਕਰਤ ਪਇਓ ਤਨ ਮਨ ਤੇ ਕਾਰ ਸਤ ਨਾਮ ਮਹਿ ਲਿਵ ਇੱਕ ਤਾਰ। ਕਹਿੰਦੇ ਭਾਈ ਭਗਤੂ ਉਸ ਅੰਮ੍ਰਿਤ ਸਰੋਵਰ ਦੀ ਸੇਵਾ ਵਿੱਚ ਵੱਧ ਚੜ ਕੇ ਗੁਰੂ ਕੇ ਸਵਾਰੂ ਸੇਵਾ ਕਰਦਾ ਹੈ, ਤਨ ਮਨ ਕਰਕੇ ਦਿਨ ਰਾਤ ਉਹ ਸੇਵਾ ਕਰਦਾ ਹੈ। ਸਤ ਨਾਮ ਨੂੰ ਉਸਨੇ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕੀਤਾ ਹੈ, ਅੰਦਰ ਸਿਮਰਨ ਕਰਦਾ ਹੈ, ਬਾਹਰ ਹਿਰਦੇ ਹੱਥਾਂ ਦੇ ਨਾਲ ਬਹੁਤ ਭਾਰੀ ਸੇਵਾ ਕਰਦਾ ਹੈ। ਨਿਤ ਕਾ ਖਨਹਿ ਸੋ ਸੀਸ ਉਠਾਵੇ ਵਹਿਰ ਤਾਲ ਤੇ ਦੂਰ ਗਿਰਾਵੇ। ਭਾਈ ਭਗਤੂ ਉਹ ਸੇਵਾ ਕਿਸ ਤਰ੍ਹਾਂ ਦੀ ਕਰਦਾ? ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਉਹ ਮਿੱਟੀ ਰੋਜ਼ ਪੱਟਦਾ, ਤਾਲ ਵਿੱਚੋਂ ਜਿਹੜੀ ਮਿੱਟੀ ਪੁੱਟੀ ਜਾਂਦੀ ਹੈ ਉਸ ਮਿੱਟੀ ਨੂੰ ਸਿਰ ਤੇ ਚੁੱਕ ਕੇ ਬਾਹਰ ਗੁਰੂ ਕੇ ਸਵਾਰਿਓ ਭਾਈ ਭਗਤੂ ਜੀ ਬੜੇ ਪਿਆਰ ਨਾਲ ਸੁੱਟਦੇ ਹਨ। ਵੱਡੀ ਪਰਾਤ ਤੇ ਲਾਗੇ ਕਰਬੇ ਸੰਧਿਆ ਲਓ ਠਾਨੇ ਹਿਤ ਧਰਬੇ। ਕਹਿੰਦੇ ਨੇ ਵੱਡੀ ਪ੍ਰਭਾਤ ਤੋਂ ਲੈ ਕੇ ਭਾਈ ਭਗਤੂ ਜੀ ਸੇਵਾ ਵਿੱਚ ਲੱਗ ਜਾਂਦੇ ਨੇ, ਤਾਲ ਦੀ ਸੇਵਾ ਕਰਦੇ ਨੇ, ਮਿੱਟੀ ਪੁੱਟ ਕੇ ਬਾਹਰ ਗੁਰੂ ਕੇ ਸਵਾਰਿਓ ਸੱਟਦੇ ਨੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਸ਼ਾਮਾਂ ਹੋ ਜਾਂਦੀਆਂ ਨੇ, ਸ਼ਾਮਾਂ ਤੱਕ ਨਿਰੰਤਰ ਗੁਰੂ ਕੀ ਸੇਵਾ ਜਿਹੜੀ ਇਹ ਬੜੀ ਚੜ੍ਹਦੀ ਕਲਾ ਨਾਲ ਪਿਆਰ ਨਾਲ ਕਰਦੇ ਨੇ। ਗੁਰੂ ਕੇ ਸਵਾਰਿਓ ਜਿਵੇਂ ਕਿ ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੇਵਾ ਦਾ ਜਿਵੇਂ ਜ਼ਿਕਰ ਇਸ ਇਤਿਹਾਸ ਵਿੱਚ ਆਇਆ ਹੈ, ਕੁਝ ਮਿੰਟ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਜੀਵਨ ਦੀ ਵੀ ਝਾਤ ਗੁਰੂ ਕੇ ਸਵਾਰਿਓ ਪਾ ਲਈ। ਜਿੱਥੇ ਸਤਿਗੁਰਾਂ ਦੇ ਘਰ ਵਿੱਚ ਸਿਮਰਨ ਦੀ ਬਹੁਤ ਵੱਡੀ ਗੱਲ ਕੀਤੀ ਹੈ, ਬਾਣੀ ਦੇ ਅਭਿਆਸ ਦੀ ਬਹੁਤ ਵੱਡੀ ਗੱਲ ਕੀਤੀ ਹੈ ਕਿ ਸਿੱਖ ਬਾਣੀ ਦਾ ਅਭਿਆਸ ਕਰੇ, ਸਿਮਰਨ ਦਾ ਅਭਿਆਸ ਕਰੇ, ਵੱਧ ਤੋਂ ਵੱਧ ਕਰੇ। ਉੱਥੇ ਗੁਰੂ ਕੇ ਸਵਾਰਿਓ ਗੁਰੂ ਸਾਹਿਬ ਜੀ ਨੇ ਸੇਵਾ ਦੀ ਵੀ ਬਹੁਤ ਵੱਡਾ ਉਪਦੇਸ਼ ਆਪਣੀ ਬਾਣੀ ਵਿੱਚ ਦਿੱਤਾ ਹੈ ਤੇ ਸੇਵਾ ਨੂੰ ਤਿੰਨ ਢੰਗ ਨਾਲ ਕਰਨ ਦਾ ਉਹਨਾਂ ਨੇ ਉਪਦੇਸ਼ ਦਿੱਤਾ। ਇੱਕ ਢੰਗ ਹੈ ਤਨ ਕਰਕੇ, ਸਰੀਰ ਕਰਕੇ ਸੇਵਾ ਕਰਨੀ, ਜਿਵੇਂ ਗੁਰੂ ਕੇ ਸਵਾਰਿਓ ਜੂਠੇ ਬਰਤਨ ਆਦਿਕ ਜਾਂ ਹੋਰ ਗੁਰੂ ਘਰ ਵਿੱਚ ਜਿਹੜੀ ਕੋਈ ਸੇਵਾ ਹੈ ਜਿਹੜੀ ਸਰੀਰ ਨਾਲ ਹੋ ਸਕਦੀ ਹੈ, ਪ੍ਰਸ਼ਾਦਾ ਤਿਆਰ ਕਰਨਾ, ਝਾੜੂ ਫੇਰਨਾ ਇਤਿਆਦ ਹੋਰ ਜਿਹੜੀਆਂ ਸੇਵਾਵਾਂ ਨੇ ਉਹ ਤਨ ਨਾਲ ਕਰਨੀਆਂ। ਦੂਸਰਾ ਢੰਗ ਹੈ ਧਨ ਕਰਕੇ ਸੇਵਾ, ਜਿਹਦੇ ਕੋਲ ਮਾਇਆ ਭਾਵੇਂ ਥੋੜੀ ਹੈ ਜਾਂ ਬਹੁਤੀ ਹੈ, ਗੁਰੂ ਕੇ ਸਵਾਰਿਓ ਦਸਵੰਧ ਗੁਰੂ ਦੇ ਲੇਖੇ ਲਾ ਕੇ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਵਿੱਚ ਵੱਧ ਤੋਂ ਵੱਧ ਧਨ ਦਾ ਹਿੱਸਾ ਪਾਣਾ, ਇਸ ਸੇਵਾ ਨੂੰ ਵੀ ਪ੍ਰਵਾਨ ਕੀਤਾ ਗਿਆ। ਤੀਸਰੀ ਮਨ ਦੀ ਸੇਵਾ, ਮਨ ਕਰਕੇ ਗੁਰੂ ਕੇ ਸਵਾਰਿਓ ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਪਿਆਰ ਬਣਾਈ ਰੱਖਣਾ, ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਸ਼ਰਧਾ ਤੇ ਅਦਬ ਬਣਾਈ ਰੱਖਣਾ, ਇਹ ਵੀ ਬਹੁਤ ਵੱਡੀ ਸੇਵਾ ਹੈ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਪੁਰਬ ਹੈ, ਗੁਰੂ ਕੇ ਸਵਾਰਿਓ ਦੇਖੋ ਕਿਤਨੀ ਵੱਡੀ ਸੇਵਾ ਸਤਿਗੁਰਾਂ ਨੇ ਕੀਤੀ। ਕੱਲਾ ਉਪਦੇਸ਼ ਹੀ ਨਹੀਂ ਦਿੱਤਾ, ਆਪਣੇ ਜੀਵਨ ਤੇ ਉਹਨਾਂ ਨੇ ਇਸ ਸੇਵਾ ਨੂੰ ਪਹਿਲਾਂ ਹੰਢਾਇਆ। ਜਿਵੇਂ ਹੁਣੇ ਭਾਈ ਸਾਹਿਬ ਇਹ ਬਚਨ ਪੜ੍ਹ ਕੇ ਗਏ ਨੇ
कि किवें सेवा करनी चाहिए। पातशाह दा वचन है, हस्ती सिर ज्यों अंकस है, अहरन ज्यों सिर दे, मन तन आगे राख कै ऊबी, सेव करे इਉਂ गुरमुख आप निवारिए, सब राज सृष्ट काले। कह लगे जिवें हाथी ऐਰਨ ਦੇ ਥੱਲੇ ਆਪਣੇ ਸਿਰ ਨੂੰ ਸਮਰਪਣ ਕਰਕੇ ਰੱਖਦਾ ਹੈ, ਜਿਵੇਂ ਹਾਥੀ ਮਹਾਵਤ ਕੁੰਡੇ ਥੱਲੇ ਆਪਣੇ ਸਿਰ ਨੂੰ ਸਮਰਪਿਤ ਕਰਦਾ ਹੈ, ਜਿਵੇਂ ਅਵਦਾਨ ਥੱਲੇ ਐਰਨ ਆਪਣਾ ਆਪਾ ਸਮਰਪਿਤ ਕਰਦੀ ਹੈ, ਇਸੇ ਤਰ੍ਹਾਂ ਗੁਰਮੁਖ ਆਪਣਾ ਆਪਾ ਗਵਾ ਕੇ गुरु की सेवा हर वेले करके गुरु दियां खुशियां प्राप्त कर लेंदा है, गुरु दियां मेहरां प्राप्त कर लेंदा है। गुरु के स्वरूप बाबा अमरदास साहब जी ने बहुत वड्डी सेवा की। उम्र दे उस पड़ाव विच सतगुरु जी दे दरबार धन गुरु अंगद साहब महाराज जी दे दरबार विच आए, जिहड़ा उम्र दा पड़ाव बजुर्गी विच प्रवेश कर चुका सी। 12 साल की उम्र विच धन गुरु अंगद साहब महाराज सच्चे पातशाह जी के दरबार विच आए। बड़ी घालना घाली, बहुत 12 साल लगातार दिन रात उस सेवा नूं एक मिक कर दिता, भुला दिता अपना आपा कि किसी ढंग नाल धन गुरु अंगद साहब सच्चे पातशाह महाराज जी की बख्शिश मेहर रहमत प्राप्त हो जाए। गागर की सेवा बाबा अमरदास जी रोज करते ने। सतगुरु जी नूं अमृत वेले इशनान करवाना, गागर गुरु के सवार दरिया विचों भर के बाबा अमरदास जी ने लैके आउणी, और एडी घालना समय तो पहला जिस वेले गुरु साहब इशनान अस्थान ते अमृत वेले आउंदे ने, उन्हां दे आउण तो पहला पानी दी गागर लिया के रख देनी, उड़ीक करनी। पातशाह जी नूं उड़ीक ना करनी पवे जल्दी, आप उड़ीक करनी। गुरु के सवारों इसे तरह इशनान करवाउणा, फिर सारा दिन लंगर विच सेवा जिहड़ी है वध तो वध करनी। झूठे बर्तन साफ अपने हाथां नाल करके भांडे मूधे मार के गुरु के सवारों रात का विश्राम करना, फिर सवेरे पानी की गागर वास्ते अमृत वेले उठना। एडी वड्डी सेवा, दिन रात सेवा गुरु के सवारों जदों कर दिते, करड़ी घाल घाल दिते, कोई अपना आपा जनाया नहीं, छड़ दिता अपना आपा। ते अज धन गुरु अंगद साहब महाराज सच्चे पातशाह जी किरपा दे घर विच आए, बख्शिश दे घर विच आए। उन्होंने कहा बाबे अमरदास जी नूं इशनान करवाया जाए। रोज बाबा अमरदास धन गुरु अंगद साहब महाराज जी नूं इशनान करवाते सन। अज सतगुरां ने कहा बाबा अमरदास जी नूं इशनान करवाया जाए। इशनान गुरु के सवारों करवाया गया। प्यार दे नाल पातशाह जी ने सारी संगत इकट्ठी है, आप तख्त ते विद्यमान ने विराजमान ने। बाबे अमरदास जी ने गुरु के सवारों इशनान करके करा के कृपा की। जिस तख्त ते सतगुरु आप विराजमान हुंदे सन, उस तख्त तो आप उठे। बाबे अमरदास जी नूं प्यार नाल बिठाया। जिस सतगुरु दे अगे सारी जिंदगी बाबे अमरदास ने अपना सीस उन्हां दे चरनां विच झुकाया। अज उस सतगुरु जी ने अपना सीस बाबे अमरदास दे चरनां विच झुका के मत्था टेक दिता। कह दिता साध संगत जी, इस शरीर दे चोले तो परित्याग तो बाद अज तो बाद इस गुरु नानक दी गद्दी दे मालक बाबा अमरदास होणगे। वर किन्ने दिते, बख्शा किन्नियां दित्तियां। गुरु तां गुरु के सवारों तख्त ते बैठ के बिठा दिता। इदू वड्डी तां होर कोई गल नहीं, पर दस दिता कि इस
ਬਾਬੇ ਅਮਰਦਾਸ ਵਿੱਚ ਕਿੰਨੀਆਂ ਸਮਰੱਥਾ ਨੇ, ਕਿੰਨੀ ਵੱਡੀ ਬਰਕਤ ਹੈ। ਆ ਬਚਨ ਪੜ੍ਹਦੇ ਆ, ਆਖਿਆ ਸੀ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਉਟਿਆਂ ਕੀ ਓਟ गुरु अमरदास, निआसरियों के आसरा गुरु अमरदास, नितेरियां दी धिर गुरु अमरदास। एडे वड्डे गुरु के सवार इन्ने वरदान दे दिते। जेड़ा भी साहिब गुरु अमरदास जद तख्त ते विराजमान होए, फिर उन्होंने कृपा की। जो भी आया, जिसने भी आके अपना सिर मालक दे चरनां विच झुकाया, सारियां नूं जेड़ी भावना लैके आया ओही कृपा कर दिती, ओही बख्शिश कर दिती। कोई कोड़ी आया प्रेमे वर्गा प्यार नाल साहिब गुरु अमरदास सच्चे पातशाह जी दे दरबार विच जदों ओ आया, कोड़ों लंघदे सन, कोड़ नाल ओ पीड़ित है, दुखी है, ते रौला पांदा है, मालक जी तुहाडे दर दी शोभा बहुत वड्डी है, मेरा इस दर तो बिना, तुहाडे चरनां तो बिना कोई इलाज नहीं। धन गुरु अमरदास सच्चे पातशाह जी त्रुठ पै, कह लगे लियाओ इस प्रेमे नूं। लियांदा, इशनान कराया, अपने हाथ नाल गुरु के रसवारे रुमाल दिता, आख्या इहदे विच ਇਹਦਾ ਸਰੀਰ ਨੂੰ ਵਲੇਟ ਦਿੱਤਾ ਜਾਏ। ਉਸ ਬਸਤਰ ਵਿੱਚ ਸਰੀਰ ਨੂੰ ਵਲੇਟਿਆ। ਸਤਿਗੁਰਾਂ ਨੇ ਏਡੀ ਮਿਹਰ ਬਖਸ਼ਿਸ਼ ਕਰ ਦਿੱਤੀ ਗੁਰੂ ਕੇ ਸਵਾਰਿਓ। ਉਸ ਕੋੜੀ ਦਾ ਕੋੜ ਘਟਦਿਆਂ 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 ਇੱਕ ਦਿਨ ਸਦਾ ਲਈ ਸਮਾਪਤ ਕਰ ਦਿੱਤਾ। ਉਹਨੂੰ ਦੇ ਅਰੋਗਤਾ ਬਖਸ਼ਿਸ਼ ਕੀਤੇ। ਐਸੇ ਗੁਣਾਂ ਦੇ ਮਾਲਕ ਕੋਈ ਉਹਨਾਂ ਦੇ ਦਰ ਤੇ केसो पंडित आउंदा है, पातशाह कृपा करो मेरी झोली भी भरो। हस के कहन लगे भाई की चाहिदा है? महाराज जीओ थोड़ा समा विचार तो बाद बोलिया, पातशाह जे माया नहीं मंगदे तां माया बिना संसार ते गुजारा नहीं, नाम नहीं मंगदे ते नाम तो बिना अगे पुछ पड़ताल कोई नहीं। पातशाह जी मेहर करो, नाम तो बिना भी नहीं चलदा ते माया तो बिना भी नहीं चलदा, किरपा करो दोवें दातां झोली विच पाओ। ते धन गुरु अमरदास सच्चे पातशाह जी ने गुरु के सवारो दोवें दियां दोवें दातां उस दी झोली विच पाईयां। आख्या जिन्ना चिर जगत विच रहोगे माया दी घाट नहीं आएगी, नाम जपदे रहना, परलोक विच जाओगे नाम जपण दी बदौलत उथे भी थां मिलेगी। गुरु के सवारो एडी कृपा साहिब गुरु अमरदास सच्चे पातशाह जी ने जगत ते कीती। ताई ते भट्टां ने आ बचन कह लगे, भले अमरदास गुण तेरे, तेरी उपमा तोहे बन आवे। गुरु अमरदास सच्चे पातशाह जीओ तुहाडी उपमा तुहानू ही बन आउंदी, होर किसे नू नहीं। तुहाडे वर्गे गुण होर किसे विच नहीं। जिन्ने तुसी विशाल हो, किन्ने दयालु, किवें सानू धर्म उन्हां ने सिखाया, किवें सानू रब दी रहमत प्राप्त करन लई उन्हां ने सानू साडे ते किरपा कीती। कदी उन्हां दा जीवन प्यारिओ पढ़ के देखो। बाबा दातू साहब आए, तखत ते बैठे सन साहिब गुरु अमरदास सच्चे पातशाह। इको दम उतावले होके लत मारी, गुरु अमरदास सच्चे पातशाह जी तखत तो थले डिग पे। गुरु के सवारे कोई कौड़ा बोल नहीं। गुरु अमरदास सच्चे पातशाह जी ने बाबा दातू जी नू क्या, सगों इतिहास दा वचन है। इको दम अपने हत्थां दे नाल बाबे दातू जी दी ओ लत घुटन लग पै, जेड़ी लत उन्हां ने गुरु अमरदास सच्चे पातशाह जी नू मारी।
ਏਡੀ ਨਿਮਰਤਾ। ਪੁੱਛਿਆ ਮਹਾਰਾਜ ਤੁਹਾਨੂੰ ਚੋਟ ਖੁਦ ਲੱਗੀ ਹੋਣੀ ਹੈ, ਉਹ ਤਾਂ ਨੌਜਵਾਨ ਨੇ। ਤਾਂ ਕਹਿਣ ਲੱਗੇ ਨਹੀਂ, ਗੁਰੂ ਪੁੱਤਰ ਨੇ। ਮੇਰਾ ਕੀ ਹੈ, ਮੇਰੇ ਤਾਂ ਸਰੀਰ ਦੇ ਹੱਡ ਇੱਕ ਤੋਂ ਸੇਵਾ ਕਰਤ ਰਹੇ ਹੋ। ਮੈਂ ਦਿਨ ਰਾਤ ਸੇਵਾ ਕਰ ਕਰਕੇ ਮੇਰੇ ਸਰੀਰ ਦੇ ਹੱਡ ਜਿਹੜੇ ਨੇ ਬੜੇ ਕਰੜੇ ਨੇ। ਇਹਨਾਂ ਨੂੰ ਚੋਟ, ਇਹਨਾਂ ਤੋਂ ਕਿਸੇ ਨੂੰ ਚੋਟ ਲੱਗ ਸਕਦੀ ਹੈ। ਇੱਕ ਤੋਂ ਸੇਵਾ ਕਰਤ ਰਹਿਓ ਹੋ, ਦੁਤੀਆ ਬਹਿਤੇ ਬਿਰਧ ਭਇਓ ਹੋ। ਦੂਜੀ ਗੱਲ ਇਹ ਹੈ ਕਿ ਮੇਰੀ ਉਮਰ ਵੀ ਬਜ਼ੁਰਗਾਂ ਵਾਲੀ ਹੈ। ਇਸ ਕਰਕੇ ਦੋਵਾਂ ਹਾਲਾਤਾਂ ਹੋਣ ਕਾਰਨ ਚੋਟ ਮੈਨੂੰ ਨਹੀਂ, ਇਹਨਾਂ ਨੂੰ ਲੱਗੀ ਹੋਣੀ। ਇਸ ਕਰਕੇ ਇਹਨਾਂ ਦੇ ਪੈਰ ਕੁੱਟਦਾ, ਲੱਤ ਕੁੱਟਦਾ। ਉਪਦੇਸ਼ ਕੀ ਦਿੱਤਾ ਹੈ? ਉਪਦੇਸ਼ ਗੁਰੂ ਕੇ ਸਵਾਰੋ ਇਹ ਦਿੱਤਾ ਕਿ ਸਿੱਖਾ ਤੇਰੇ ਜੀਵਨ ਵਿੱਚ ਕੁਝ ਵੀ ਪ੍ਰਾਪਤ ਤੂੰ ਕਰ ਲੈ, ਕੁਝ ਵੀ ਤੈਨੂੰ ਮਿਲ ਜਾਏ, ਨਿਮਰਤਾ ਦਾ ਪੱਲਾ ਨਾ ਛੱਡ। ਜਿਸ ਵੇਲੇ ਤੇਰੀ ਜ਼ਿੰਦਗੀ ਵਿੱਚੋਂ ਨਿਮਰਤਾ ਚਲੀ ਗਈ, ਤੂੰ ਕੁਝ ਵੀ ਗ੍ਰਹਿਣ ਕਰ ਲੈ, ਕੁਝ ਵੀ ਪ੍ਰਾਪਤ ਕਰ ਲੈ, ਉਸ ਦਾ ਕੋਈ ਮਹਿਣਾ ਨਹੀਂ ਬਣਨਾ। ਜੀਵਨ ਦੀ ਬਾਜੀ ਹਾਰ ਕੇ ਨਾ ਕਿਧਰੇ ਚਲਾ ਜਾਈਂ। ਇਸ ਕਰਕੇ ਨਿਮਰਤਾ ਤੇਰੇ ਜੀਵਨ ਦਾ ਅਹਿਮ ਅੰਗ ਹੈ। ਇਹ ਗੁਰੂ ਕੇ ਸਵਾਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਤੇ ਹੰਡਾ ਕੇ ਇਹ ਬੋਲ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ। ਉਹਨਾਂ ਦੇ ਜੀਵਨ ਤੋਂ ਸੇਵਾ ਕਰਨ ਦੀ ਸਾਨੂੰ ਸਿੱਖਿਆ ਮਿਲਦੀ। ਅਸੀਂ ਤੇ ਕਈ ਵਾਰੀ ਸ਼ਾਇਦ ਜਵਾਨੀ ਵਿੱਚ ਵੀ ਸਰੀਰ ਤੰਦਰੁਸਤ ਹੈ, ਸ਼ਾਇਦ ਸੇਵਾ ਤੋਂ ਅਵੇਸਲੇ ਹੋ ਜਾਈਏ। ਉਹ ਕਹਿੰਦੇ ਨਹੀਂ, ਤੂੰ ਗੁਰੂ ਨਾਨਕ ਨੂੰ ਰਜਾਣਾ ਹੈ ਤੇ ਉਮਰ ਵੱਲ ਧਿਆਨ ਨਾ ਕਰੀ। ਜਦੋਂ ਤੈਨੂੰ ਸੇਵਾ ਮਿਲ ਪਵੇ ਉਸੇ ਲਈ ਕਰ ਲਈ ਤਿਆਰ ਹੋ ਜਾ। ਗੁਰੂ ਨਾਨਕ ਸਾਹਿਬ ਤੇਰੇ ਤੇ ਰੀਝ ਜਾਣਗੇ, ਤੇਰੇ ਤੇ ਬਖਸ਼ਿਸ਼ ਕਰ ਦੇਣਗੇ। ਐਸੇ ਸਤਿਗੁਰੂ ਗੁਰੂ ਕੇ ਸਵਾਰਿਓ ਜਿਨ੍ਹਾਂ ਨੇ ਕਿਰਪਾ ਕੀਤੀ, ਸਾਰੇ ਜਗਤ ਤੇ ਮੇਰਾਂ ਦਾ ਮੀਂਹ ਵਰਸਾਇਆ। ਕੋਈ ਵੀ ਆਇਆ, ਉਹਨਾਂ ਦੀ ਮਹਾਨ ਕਰਨੀ ਕਮਾਈ ਨੂੰ, ਜੋ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ, ਉਹਦਾ ਜ਼ਿਕਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਕਰਦੇ ਨੇ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ ਤਾਂ ਉਹਨਾਂ ਤੋਂ ਪੁੱਛਿਆ ਗਿਆ, ਪਾਤਸ਼ਾਹ ਤੁਸੀਂ ਕਿੰਨੀ ਘਾਲਣਾ ਘਾਲੀ, ਤੁਸਾਂ ਨੇ ਕਿੰਨੀ ਸਾਧਨਾ ਕੀਤੀ, ਕਿੰਨਾ ਪੁਰਸ਼ਾਰਥ ਕੀਤਾ ਜਿਸ ਕਰਕੇ ਤੁਸੀਂ ਇਸ ਮਰਾਤਬੇ ਤੇ ਪਹੁੰਚੇ। ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਬਹੁਤ ਵੱਡੀ ਘਾਲਣਾ ਘਾਲੀ ਹੈ। ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਦੇਖ ਕੇ ਆਖਿਆ, ਦੁਨੀਆ ਦੇ ਲੋਕੋ, ਮੈਂ ਤੇ ਅਸਲ ਵਿੱਚ ਗਲੀਆਂ ਵਿੱਚ ਰੁਲਦਾ ਸੀ। ਕੋਈ ਗੱਲ ਨਹੀਂ, ਕੋਈ ਮੇਰੀ ਬਾਤ ਨਹੀਂ ਸੀ ਪੁੱਛਦਾ। ਪਰ ਧੰਨ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੇ ਮਿਹਰ ਕਰ ਦਿੱਤੇ, ਕਿਰਪਾ ਕਰ ਦਿੱਤੀ। ਮੇਰੇ ਵਰਗੇ ਕੀੜੇ ਨੂੰ ਉਹਨਾਂ ਨੇ ਥਾਪ ਦਿੱਤਾ। ਇਹ ਦੱਸ ਦਿੱਤਾ ਕਿ ਗੁਰੂ ਅਮਰਦਾਸ ਕਿੰਨੀ ਸਮਰੱਥਾ ਦੇ ਮਾਲਕ ਨੇ। ਉਹ ਕਹਿੰਦੇ ਨੇ ਨਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜੋ ਗੁਰੂ ਨਾਨਕ ਦਾ ਤੀਸਰਾ ਸਰੂਪ ਨੇ, ਕਹਿਣ ਲੱਗੇ ਮੇਰੇ ਤੇ ਉਹਨਾਂ ਨੇ ਕਿਰਪਾ ਕਰ ਦਿੱਤੀ, ਮੇਰੇ ਵਰਗੇ ਕੀੜੇ ਨੂੰ ਉਹਨਾਂ ਨੇ ਥਾਪ ਦਿੱਤਾ। ਗੁਰੂ ਕੇ ਸਵਾਰਿਓ, ਅੱਜ ਉਸ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਅਸੀਂ ਮਨਾ ਰਹੇ ਹਾਂ। ਭੱਟਾਂ ਨੇ ਬਚਨ ਕੀਤਾ ਹੈ, ਗੋਇੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ। ਐਸੀ ਕਿਰਪਾ ਕਰ ਦਿੱਤੇ।
बौली साहब गुरु के सवार सतगुरु पातशाह महाराज जी ने तैयार करवाई। ਉਹਨਾਂ ਦੇ ਚਰਨਾਂ ਵਿੱਚ ਜਿਹੜਾ ਵੀ ਪਿਆਰ ਆਦਰ ਸਤਕਾਰ ਸਹਿਤ ਜੁੜਦਾ ਹੈ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਦੇ ਜੀਵਨ ਨੂੰ ਬਰਕਤਾਂ ਬਖਸ਼ਿਸ਼ਾਂ ਨਾਲ ਭਰ ਦਿੰਦੇ। ਇਸ ਸੰਖੇਪ ਵਿੱਚ ਉਹਨਾਂ ਦੇ ਜੀਵਨ ਬਾਰੇ ਗੁਰੂ ਕੇ ਸਵਾਰਿਓ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ। ਰੋ ਵਿਚਾਰ ਲੜੀਵਾਰ ਇਤਿਹਾਸ ਵੱਲ ਜੁੜਦੇ ਹਨ। ਅੱਗੇ ਨਵੇਂ ਅਧਿਆਏ ਵਿੱਚ ਭਾਈ ਭਗਤੂ ਜੀ ਦੀ ਕਥਾ ਨੂੰ ਇੱਥੇ ਸਮਾਪਤ ਕਰਕੇ ਕਵੀ ਸੰਤੋਖ ਸਿੰਘ ਸਾਹਿਬ ਨਵੇਂ ਅਧਿਆਏ ਵਿੱਚ ਕੀ ਕਹਿੰਦੇ ਹਨ? ਦੋਹਰਾ ਰਾਜਪੂਤ ਮੰਝ ਇੱਕ ਚੌਧਰੀ ਪ੍ਰਥਮ ਜਨਮ ਕੇ ਮਾਹੇ। ਕਵੀ ਸੰਤੋਖ ਸਾਹਿਬ ਕਹਿੰਦੇ ਨੇ ਰਾਜਪੂਤ ਮੰਝ ਆਪਣੇ ਮੁੱਢਲੇ ਜੀਵਨ ਵਿੱਚ ਇੱਕ ਪਿੰਡ ਦਾ ਚੌਧਰੀ ਸੀ। ਸੰਸਕਾਰ ਔਰ ਭਗਤ ਕੇ ਸੁਣੋ ਕਥਾ ਅਬ ਤਾਹੇ। ਕਵੀ ਜੀ ਕਹਿਣ ਲੱਗੇ ਵੀ ਉਹਦੇ ਜਿਹੜੇ ਸੰਸਕਾਰ ਸਨ ਉਹ ਭਗਤੀ ਦੇ ਸੰਸਕਾਰ ਸਨ। ਉਹਦੇ ਸੰਸਕਾਰ ਨਿਰਮਲ ਸਨ, ਭਗਤੀ ਕਰਨ ਵਾਲੇ ਸੰਸਕਾਰ ਸਨ। ਕਹਿੰਦੇ ਉਸ ਭਾਈ ਮੰਝ ਜਿਹਦੇ ਸੰਸਕਾਰ ਭਗਤੀ ਕਰਨ ਵਾਲੇ ਸਨ, ਉਸ ਦੀ ਕਥਾ ਨੂੰ ਸ਼ਰਵਣ ਕਰੋ ਜੀ। ਚੌਪਈ ਮਾਲ ਸਰਬ ਕਰ ਦਰਬ ਵਿਸਾਲਾ ਸਰਵਰ ਪੀਰ ਸੇਵ ਸਭ ਕਾਲਾ। ਕਹਿ ਲਗੇ ਭਾਈ ਮੰਝ ਜੀ ਦੇ ਘਰ ਜਿਹੜਾ ਪਿੰਡ ਦਾ ਚੌਧਰੀ ਹੈ, ਉਹਦੇ ਘਰ ਮਾਲ ਸਵਾਬ ਦੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਮਾਲ ਸਰਬ ਕਰ ਦਰਬ ਵਿਸਾਲਾ, ਬਹੁਤ ਜ਼ਿਆਦਾ ਧਨ ਹੈ ਘਰ ਵਿੱਚ। ਸਰਵਰ ਪੀਰ ਸੇਵ ਸਭ ਕਾਲਾ, ਤੇ ਸਖੀ ਸਰਵਰ ਪੀਰ ਦੀ ਸੇਵਾ ਇਹ ਭਾਈ ਮੰਝ ਸਮੇਤ ਪਰਿਵਾਰ ਹਰ ਵੇਲੇ ਕਰਦਾ ਹੈ। ਸੋ ਮਹਿਮਾ ਸਤਿਗੁਰ ਕੀ ਸੁਣ ਕੈ ਸ਼ਬਦ ਸੁਣੇ ਅਰਥਨ ਕੋ ਗੁਣ ਕੈ। ਕਹਿ ਲਗੇ ਉਸ ਭਾਈ ਮੰਝ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਹਿਮਾ ਨੂੰ ਸੁਣਿਆ। ਪਾਤਸ਼ਾਹ ਜੀ ਦੇ ਦਰਬਾਰ ਦੀ ਮਹਿਮਾ ਨੂੰ ਸੁਣ ਕੇ ਸ਼ਬਦ ਸੁਣੇ ਅਰਥਨ ਕੋ ਗੁਣ ਕੈ। ਸ਼ਬਦ ਸੁਣ ਕੇ ਉਹਨਾਂ ਸ਼ਬਦਾਂ ਦੇ ਅਰਥਾਂ ਨੂੰ ਵਿਚਾਰ ਕੇ ਉਦੈ ਭਗਤ ਪੂਰਬ ਕੀ ਭਈ ਗੁਰ ਦਰਸ਼ਨ ਕੀ ਰੁਚ ਉਪਜਈ। ਕਹਿਣ ਲੱਗੇ ਪਿਛਲੇ ਜਨਮ ਦੀ ਜਿਹੜੀ ਭਗਤੀ ਦੀ ਭਗਤ ਸੀ ਉਹ ਪ੍ਰਗਟ ਹੋ ਗਏ। ਜਿਹੜੇ ਸੰਸਕਾਰ ਚੰਗੇ ਸਨ ਉਹ ਪ੍ਰਗਟ ਹੋ ਗਏ। ਜਦੋਂ ਗੁਰੂ ਕੇ ਬਾਣੀ ਸੁਣੀ, ਉਹਦੇ ਅਰਥ ਸੁਣੇ, ਤੇ ਉਹਦੇ ਪੂਰਬਲੇ ਭਗਤ ਜਿਹੜੇ ਭਗਤੀ ਜਿਹੜੀ ਸੀ ਉਹ ਪ੍ਰਗਟ ਹੋ ਗਈ। ਤੇ ਉਹਦਾ ਪ੍ਰਮਾਣ ਇਹ ਸੀ ਕਿ ਉਹਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਜਾਗ ਪਈ। ਜਨਮ ਸਫਲ ਕਰਬੇ ਕਹੂੰ ਬਾਛੇ ਕਿਤਕ ਦਿਵਸ ਇੱਛਾ ਚਿਤ ਆਛੇ। ਕਹਿ ਲਗੇ ਆਪਣਾ ਜਨਮ ਸਫਲ ਕਰਨ ਵਾਸਤੇ ਉਹ ਮਨ ਦੇ ਅੰਦਰ ਤਾਂਗ ਰੱਖਦਾ ਵੀ ਮੇਰਾ ਜਨਮ ਜਿਹੜਾ ਹੈ, ਮਨੁੱਖਾ ਜੀਵਨ ਜਿਹੜਾ ਹੈ, ਇਹ ਸਫਲਾ ਹੋ ਜਾਏ। ਕੇਤਕ ਦਿਵਸ ਇੱਛਾ ਚਿਤ ਆਛੇ, ਕਈ ਦਿਨ ਉਹਦੇ ਮਨ ਵਿੱਚ ਇਹ ਇੱਛਾ ਪ੍ਰਬਲ ਰਹੇ। ਰਹੇਰਾ ਸਿੱਖਣ ਕਹੋ ਨੀਕੇ ਸਿੱਖੀ ਗਹੋ ਮਨੋਰਥ ਜੀ ਕੇ। ਕਹਿੰਦੇ ਨੇ ਉਹ ਸਿੱਖਾਂ ਨੂੰ ਵੇਖਦਾ, ਸਿੱਖਾਂ ਨੂੰ ਵੇਖਦਾ ਤੇ ਸਿੱਖਾਂ ਨੂੰ ਵੇਖ ਵੇਖ ਕੇ ਉਹ ਇਹ ਸੋਚਦਾ ਵੀ ਸਿੱਖੀ ਨੂੰ ਗ੍ਰਹਿਣ ਕਰਨਾ ਚਾਹੀਦਾ। ਇਹ ਮਨੁੱਖੀ ਜੀਵਨ ਦਾ ਮਨੋਰਥ ਹੈ। ਦੇਖੋ ਸਿੱਖ ਕਿੰਨੇ ਪਿਆਰ ਨਾਲ ਨਾਮ ਜਪਦੇ ਨੇ, ਕਿੰਨੇ ਪਿਆਰ ਨਾਲ ਸੇਵਾ ਕਰਦੇ ਨੇ, ਕਿੰਨੇ ਪਿਆਰ ਨਾਲ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਨੇ। ਤੇ ਮਨ ਵਿੱਚ ਆਇਆ, ਓਏ ਮਨਾ, ਤੈਨੂੰ ਵੀ ਜੀਵਨ ਸਫਲਾ ਕਰਨ ਵਾਸਤੇ ਸਿੱਖੀ ਗ੍ਰਹਿਣ ਕਰਨੀ ਚਾਹੀਦੀ ਹੈ। ਦਿਨ ਪ੍ਰਤ ਪ੍ਰੇਮ ਵਧਿਓ ਅਧਿਕਾਈ ਆਇਓ ਗੁਰ ਦਰਸ਼ਨ ਹਿਤ ਲਾਈ। ਕਹਿਣਗੇ ਦਿਨ ਪ੍ਰਤੀ ਦਿਨ ਇਸ ਗੱਲ ਦਾ ਹੀ ਪ੍ਰੇਮ ਵੱਧਦਾ ਗਿਆ, ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਗਿਆ ਵੀ ਆਪਾਂ ਆਪਣਾ ਜੀਵਨ ਸਫਲਾ ਕਰਨਾ ਹੈ। ਕਹਿੰਦੇ ਇਸ ਪ੍ਰੇਮ ਨੂੰ ਵੱਧਦਿਆਂ ਇੱਕ ਦਿਨ ਭਾਈ ਮੰਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵਾਸਤੇ ਬੜੇ ਪਿਆਰ ਦੇ ਨਾਲ ਆਇਆ। ਸਦਨ ਤਿਆਗ ਕੈ ਸਭ ਪਰਿਵਾਰ
ਉਤਰਾਦਿਕ ਕੋ ਪ੍ਰੇਮ ਵਿਥਾਰ। ਕਹਿ ਲਗੇ ਭਾਈ ਮੰਝ ਜੀ ਨੇ ਆਪਣੇ ਸਦਨ ਘਰ ਦਾ ਤਿਆਗ ਕੀਤਾ ਸਮੇਤ ਪਰਿਵਾਰ। ਆਖਿਆ ਵੀ ਹੁਣ ਪਰਿਵਾਰ ਦਾ ਕੋਈ ਬਹੁਤਾ ਕੁਝ ਨਹੀਂ ਕਰਨਾ, ਇਹ ਆਪਣਾ ਕੰਮ ਕਰੇ, ਹੁਣ ਅਸੀਂ ਆਪਣਾ ਜੀਵਨ ਸਫਲਾ ਕਰਨਾ ਹੈ। ਪੁੱਤਰ ਆਦਿਕ ਕੋ ਪ੍ਰੇਮ ਵਿਸਾਰ, ਆਪਣੇ ਪੁੱਤਰ ਆਦਿਕ ਦਾ ਜਿਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ, ਸਾਰਿਆਂ ਦਾ ਪ੍ਰੇਮ ਛੱਡ ਕੇ ਪੂਰਬਲੇ ਜਾਗੇ ਸ਼ਬ ਭਾਗ, ਕਰ ਕੈ ਦ੍ਰਿੜ ਉਰ ਮਹਿ ਵੈਰਾਗ। ਕਹਿ ਲਗੇ ਉਸ ਦੇ ਪੂਰਬਲੇ ਚੰਗੇ ਭਾਗ ਜਾਗੇ, ਤੇ ਜਦੋਂ ਚੰਗੇ ਭਾਗ ਜਾਗੇ ਕਰ ਕੈ ਦ੍ਰਿੜ ਉਰ ਮਹਿ ਵੈਰਾਗ, ਹਿਰਦੇ ਦੇ ਅੰਦਰ ਵੈਰਾਗ ਨੂੰ ਦ੍ਰਿੜ ਕਰਕੇ ਭਾਈ ਮੰਝ ਇਸ ਗੁਰੂ ਘਰ ਵੱਲ ਤੁਰ ਪਿਆ। ਕਿਉਂਕਿ ਪੂਰਬਲੇ ਭਾਗਾਂ ਤੋਂ ਬਿਨਾ ਗੁਰੂ ਕੇ ਸਵਾਰੋਂ ਇਸ ਪਾਸੇ ਤੁਰਿਆ ਵੀ ਨਹੀਂ ਜਾਂਦਾ। ਅਸੀਂ ਸਤਿਗੁਰੂ ਜੀ ਦਾ ਬਚਨ ਪਾਣੀ ਵਿੱਚ ਪੜ੍ਹਦੇ ਹਾਂ, ਉਹ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤਬ ਭੇਟਿਓ ਪੁਰਖ ਰਸਕ ਬੈਰਾਗੀ, ਮਿਟਤ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਕਿਧਰੇ ਪੂਰਬਲੇ ਚੰਗੇ ਭਾਗ ਜਾਗ ਪੈ ਤਾਂ ਰਸਕ ਬੈਰਾਗੀ ਮਾਲਕ ਨੂੰ ਭੇਟਣ ਵਾਸਤੇ ਮਨ ਲਲਚਾ ਪਿਆ, ਇੱਛਾ ਜਾਗ ਪਈ ਕਿ ਮੈਂ ਮਾਲਕ ਦੇ ਚਰਨਾਂ ਨਾਲ ਜੁੜਾ। ਇਸੇ ਤਰ੍ਹਾਂ ਗੁਰੂ ਕੇ ਸਵਾਰ ਕੋਈ ਚੰਗੇ ਭਾਗ ਭਾਈ ਮੰਝ ਦਾ ਪੂਰਬਲਾ ਚੰਗਾ ਅੰਕੁਰ ਪ੍ਰਗਟ ਹੋ ਗਿਆ। ਉਹਨੇ ਪੁੱਤਰ ਆਦਿਕ ਪਰਿਵਾਰ ਆਦਿਕ ਸਾਰਿਆਂ ਦਾ ਮੋਹ ਛੱਡਿਆ ਤੇ ਹਿਰਦੇ ਵਿੱਚ ਵੈਰਾਗ ਧਾਰਨ ਕੀਤਾ, ਗੁਰੂ ਪਿਆਰ ਧਾਰਨ ਕੀਤਾ। ਸ਼੍ਰੀ ਅਰਜੁਨ ਕੀ ਸ਼ਰਣੀ ਆਏ, ਬੰਦੇ ਪਦ ਅਰਬਿੰਦ ਸੁਹਾਏ। ਕਹਿੰਦੇ ਭਾਈ ਮੰਝ ਸਾਹਿਬ ਜਲਦੀ ਨਾਲ ਪਿਆਰ ਸਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਏ। ਸਤਿਗੁਰਾਂ ਦੀ ਸ਼ਰਣੀ ਵਿੱਚ ਆ ਕੇ, ਚਰਨ ਵਿੱਚ ਆ ਕੇ ਬੰਦੇ ਪਦ ਅਰਬਿੰਦ ਸੁਹਾਏ, ਸਾਹਿਬ ਦੇ ਚਰਨਾਂ ਵਿੱਚ ਆਪਣੇ ਹੱਥ ਬੰਨੇ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਜੋੜਿਆ, ਗੁਰੂ ਕੇ ਚਰਨ ਕਮਲਾਂ ਦਾ ਆਨੰਦ ਪ੍ਰਾਪਤ ਕੀਤਾ। ਸੁੰਦਰ ਮ੍ਰਿਦੁਲ ਬਿਮਲ ਦੁਤਵੰਤੇ, ਰਾਜ ਪਰਾਗ ਜਿਨ ਕੀ ਸੁਖਵੰਤੇ। ਗੁਰੂ ਕੇ ਸਵਾਰ ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨ, ਉਹਨਾਂ ਦੀ ਉਪਮਾ ਕਵੀ ਸੰਤੋਖ ਸਿੰਘ ਸਾਹਿਬ ਨੇ ਬਿਆਨ ਕੀਤੀ। ਕਿਵੇਂ ਦੇ ਨੇ? ਕਹਿੰਦੇ ਸੁੰਦਰ, ਅਤ ਦੇ ਸੁੰਦਰ ਨੇ। ਗੁਰੂ ਦੇ ਵਰਗੇ ਚਰਨ ਹੋਰ ਕਿਸੇ ਦੇ ਨਹੀਂ, ਅਤ ਸੁੰਦਰ। ਮ੍ਰਿਦੁਲ दूसरा है गुरु के चरण बड़े कोमल ने, बहुत कोमल ने। तीसरा बिमल, बिमल का मतलब है मैल तो रहत, निर्मल। उन्होंने कोई मैल नहीं, उन्होंने सगों मैल तां ਜਿਹੜਾ ਹਿਰਦਾ ਉਹਨਾਂ ਦੇ ਕੋਲ ਆਉਂਦਾ ਹੈ, ਜਿਹੜਾ ਸਰੀਰ ਉਹਨਾਂ ਦੇ ਕੋਲ ਆਉਂਦਾ ਹੈ, ਝੁਕਦਾ ਹੈ, ਉਸ ਮੈਲੇ ਤਨ ਮਨ ਤੋਂ ਮੈਲ ਉਹ ਆਪ ਉਤਾਰਦੇ ਨੇ, ਮੈਲ ਉਤਾਰਨ ਦੀ ਸਮਰੱਥਾ ਰੱਖਦੇ ਨੇ। ਆਪ ਤਾਂ ਬਿਮਲ ਨੇ, ਮੈਲ ਤੋਂ ਰਹਿਤ ਨੇ। ਅਗਲਾ ਹੀ ਉਪਮਾ ਹੈ ਦੁੱਤਵੰਤੇ। ਦੁੱਤਵੰਤੇ ਦਾ ਮਤਲਬ ਹੈ ਸ਼ੋਭਾਵਾਨ, ਜਿਹਦੀ ਸ਼ੋਭਾ ਕੀਤੀ ਜਾਏ। ਇੱਕ ਸੂਈ ਦੇ ਨੱਕੇ ਜਿੰਨੀ ਵੀ ਉਹਨਾਂ ਚਰਨ ਕਮਲਾਂ ਵਿੱਚ ਐਸੀ ਥਾਂ ਨਹੀਂ ਜਿਹੜੀ ਸ਼ੋਭਾ ਵਾਲੀ ਨਾ ਹੋਵੇ। ਤੇ ਕਹਿੰਦੇ ਉਸ ਗੁਰੂ ਸਾਹਿਬ ਉਹਨਾਂ ਚਰਨਾਂ ਦੀ ਰੱਜ ਪੈਰਾਰ, ਉਹਨਾਂ ਚਰਨਾਂ ਕਮਲਾਂ ਦੀ ਜਿਹੜੀ ਧੂੜ ਹੈ, ਕਹਿੰਦੇ ਉਹ ਬੜੀ ਪਵਿੱਤਰ ਹੈ। ਜਿਵੇਂ ਪ੍ਰਾਗ ਤੇ ਜਾ ਕੇ ਲੋਕ ਉਹ ਤੀਰਥ ਤੇ ਇਸ਼ਨਾਨ ਕਰਦੇ ਨੇ ਤੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਨੇ, ਪਰ ਕਹਿੰਦੇ ਨੇ ਗੁਰੂ ਕੀ ਚਰਨ ਧੂੜ ਲੈ ਲਈ, ਇਹ ਉਹਦੇ ਨਾਲੋਂ ਵੀ ਸ਼ੋਭਾਵਾਨ ਹੈ, ਇਹ ਨਿਸੰਦੇਹ ਪਵਿੱਤਰ ਕਰਦੀ ਹੈ। ਐਸੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ ਹਨ। ਬਿਨਤੀ ਕੀਨਾ ਹਰ ਹੋ ਤ੍ਰੈ ਤਾਪ,
ਗੁਰ ਸਿੱਖੀ ਕੋ ਬਖਸ਼ੋ ਆਪ। ਪਿਆਰ ਸਹਿਤ ਗੁਰੂ ਕੇ ਸਵਾਰੋ ਭਾਈ ਮੰਝ ਸਾਹਿਬ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਆ ਕੇ ਬੇਨਤੀ ਕੀਤੀ। ਕੀ ਬੇਨਤੀ ਕੀਤੀ? ਮਹਾਰਾਜ ਜੀ ਕਿਰਪਾ ਕਰੋ, ਹਰੋ ਤ੍ਰੈ ਤਾਪ। ਤਿੰਨੇ ਤਾਪ ਤੁਸੀਂ ਕਿਰਪਾ ਕਰਕੇ ਹਰ ਦਿਓ, ਦੂਰ ਕਰ ਦਿਓ। ਮੇਰੇ ਤਿੰਨ ਤਾਪ ਕਿਹੜੇ ਕਿਹੜੇ ਨੇ ਗੁਰੂ ਕੇ ਸਵਾਰੋ? ਉਹਦਾ ਵਿਦਵਾਨ ਸੱਜਣਾ ਨੇ ਅਰਥ ਕੀਤੇ ਨੇ ਆਦ, ਵਿਆਦ ਔਰ ਉਪਾਦ। ਇਹ ਤਿੰਨੇ ਜਿਹੜੇ ਤਾਪ ਨੇ ਇਹਨਾਂ ਨੂੰ ਆਪ ਜੀ ਹਰੋ। ਜਿਵੇਂ ਸਰੀਰਾਂ ਦੇ ਰੋਗ ਆਦਿਕ, ਭਰਮ ਭੁਲੇਖੇ ਦੇ ਰੋਗ ਆਦਿਕ, ਜਾਂ ਹੋਰ ਵੀ ਜਿਹੜੇ ਵਿਘਨ ਨੇ, ਇਹਨਾਂ ਸਾਰਿਆਂ ਨੂੰ ਤੁਸੀਂ ਹਰੋ ਤੇ ਹਰ ਕੇ ਦੂਰ ਕਰਕੇ ਸਿੱਖੀ ਬਖਸ਼ੋ। ਬਹੁਤ ਵੱਡੀ ਦਾਤ ਮੰਗ ਲਈ। ਕੋਈ ਗੁਰੂ ਸਾਹਿਬ ਦੇ ਘਰ ਵਿੱਚ ਆ ਕੇ ਕੋਈ ਚੀਜ਼ ਪੁੱਤਰ ਮੰਗਦਾ ਹੈ, ਧਨ ਮੰਗਦਾ ਹੈ, ਦੌਲਤ ਮੰਗਦਾ ਹੈ, ਪਰ ਭਾਈ ਮੰਝ ਜੀ ਨੇ ਆ ਕੇ ਸਭ ਤੋਂ ਵੱਡੀ ਦਾਤ ਮੰਗੀ। ਉਹ ਇਹ ਸੀ ਕਿ ਪਾਤਸ਼ਾਹ ਜੀ ਕਿਰਪਾ ਕਰੋ, ਸਿੱਖੀ ਦੀ ਦਾਤ ਬਖਸ਼ੋ। ਜਨਮ ਮਰਨ ਕੋ ਸੰਕਟ ਪਹਾਰੀ, ਦੀਨ ਜਾਨ ਕਰ ਲਿਓ ਉਬਾਰੀ। ਮਹਾਰਾਜ ਜੀ, ਉਹ ਜਨਮ ਤੇ ਮਰਨ ਦਾ ਬਹੁਤ ਵੱਡਾ ਸੰਕਟ ਹੈ, ਬਹੁਤ ਵੱਡਾ ਦੁੱਖ ਹੈ। ਇਹ ਬੜਾ ਭਾਰੀ ਸੰਕਟ ਹੈ ਤੇ ਕਿਰਪਾ ਕਰੋ, ਦੀਨ ਜਾਨ ਕਰ ਲਿਓ ਉਬਾਰੀ। ਮੈਨੂੰ ਗਰੀਬ ਜਾਣ ਕੇ, ਮੈਨੂੰ ਅੱਤ ਦਾ ਗਰੀਬ ਸਮਝ ਕੇ ਕਿਰਪਾ ਕਰੋ ਕਿ ਮੇਰਾ ਇਹ ਸੰਕਟ ਜਿਹੜਾ ਹੈ, ਇਸ ਸੰਕਟ ਨੂੰ ਹਰ ਦਿਓ, ਇਸ ਸੰਕਟ ਨੂੰ ਦੂਰ ਕਰ ਦਿਓ। ਦਿਨ ਪ੍ਰਤੀ ਦਿਨ ਰੋਜ਼ ਜੀਵ ਕਦੀ ਪੈਦਾ ਹੋ ਰਿਹਾ, ਸਮਾਂ ਪਾ ਕੇ ਸੰਸਾਰ ਤੋਂ ਜਾ ਰਿਹਾ। ਜਨਮ ਮਰਨ ਦਾ ਬਹੁਤ ਭਾਰੀ ਸੰਕਟ ਹੈ ਤੇ ਇਸ ਸੰਕਟ ਨੂੰ ਆਪ ਜੀ ਨੇ ਆਪਣੀ ਕਿਰਪਾ ਤੋਂ ਬਿਨਾ, ਤੁਹਾਡੀ ਕਿਰਪਾ ਤੋਂ ਬਿਨਾ ਇਹਨੇ ਹਰਿਆ ਨਹੀਂ ਜਾਣਾ, ਦੂਰ ਨਹੀਂ ਹੋਣਾ। ਔਰ ਗੁਰੂ ਕੇ ਸਵਾਲ ਸੱਚ ਅੰਮ੍ਰਿਤ ਬਾਣੀ ਦਾ ਬਚਨ ਹੈ। ਸਾਹਿਬ ਕਹਿੰਦੇ ਨੇ, ਜਿਹਨੇ ਗੁਰੂ ਦੀ ਸੇਵਾ ਕੀਤੀ, ਜਿਹਦੇ ਤੇ ਗੁਰੂ ਸਾਹਿਬ ਖੁਸ਼ ਹੋ ਗਏ, ਉਹਨਾਂ ਦੇ ਜੀਵਨ ਦੇ ਜਨਮ ਮਰਨ ਦੇ ਉਹਨਾਂ ਨੇ ਫਾਹੇ ਕੱਟ ਦਿੱਤੇ। ਉਹਨਾਂ ਦੇ ਜੀਵਨ ਦੀ ਫਤਿਹ ਹੋ ਗਈ। ਆਉਣਾ ਤੇ ਜਾਣਾ ਗੁਰੂ ਨੇ ਮਿਟਾ ਦਿੱਤਾ ਸਦਾ ਲਈ। ਸਭ ਤੋਂ ਵੱਡੀ ਦਾਤ, ਸਿੱਖ ਨੂੰ ਸਿੱਖੀ ਦੀ ਦਾਤ ਬਖਸ਼ ਕੇ ਗੁਰੂ ਜਨਮ ਤੇ ਮਰਨ ਮਿਟਾਉਂਦਾ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ, ਜਿਨ੍ਹਾਂ ਤੇ ਗੁਰੂ ਦੀ ਖੁਸ਼ੀ ਹੋਈ, ਗੁਰੂ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਫਿਰ ਕਹਿ ਦਿੱਤਾ ਵੀ ਫਾਹੇ ਕਾਟੇ ਮਿਟੇ ਗਮਨ, ਫਤਿਹ ਭਈ ਮਨ ਜੀਤ। ਫਾਹੇ ਕੱਟੇ ਗਏ, ਆਵਾ ਗੌਣ ਜਿਹੜੇ ਸੀ ਮਿਟ ਗਏ, ਫਤਿਹ ਭਈ, ਮੇਰੇ ਜੀਵਨ ਦੀ ਫਤਿਹ ਹੋ ਗਈ। ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਕਹਿਣਗੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਵੀ ਰੋਜ਼ ਦਾ ਫਿਰਨਾ ਤੁਰਨਾ ਮਿਟਾ ਕੇ ਉਹਨਾਂ ਨੇ ਸਥਿਰ ਕਰ ਦਿੱਤਾ, ਟਿਕਾ ਦਿੱਤਾ ਵੀ ਹੁਣ ਤੂੰ ਮਰੇਗਾ ਨਹੀਂ ਤੇ ਜੰਮੇਗਾ ਨਹੀਂ। ਜਨਮ ਮਰਨ ਦੀ ਜਿਹੜੀ ਕਥਾ ਸੀ, ਜਿਹੜਾ ਬ੍ਰਿਤਾਂਤ ਸੀ ਜੀਵਨ ਦਾ, ਉਹ ਸਦਾ ਲਈ ਸਮਾਪਤ ਗੁਰੂ ਨੇ ਕਰ ਦਿੱਤਾ। ਅਸੀਂ ਇੱਕ ਹੋਰ ਬਚਨ ਬਾਣੀ ਵਿੱਚ ਪੜ੍ਹਦੇ ਹਾਂ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ। ਇਹ ਬਚਨ ਉਹਨਾਂ ਦੇ ਜੀਵਨ ਦੀ ਤਰਜਮਾਨੀ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਤੇ ਬਖਸ਼ਿਸ਼ ਹੋਈ, ਉਹਨਾਂ ਨੇ ਕਹਿ ਦਿੱਤਾ, ਗੁਰ ਪੂਰੈ ਮੇਰੀ ਰਾਖ ਲਈ। ਉਹ ਦੁਨੀਆ ਦੇ ਲੋਕੋ, ਪੂਰੇ ਗੁਰੂ ਨੇ ਸਾਡੀ ਰੱਖ ਲਈ ਜੇ। ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਏ। ਗੁਰੂ ਨੇ ਅੰਮ੍ਰਿਤ ਨਾਮ ਦ੍ਰਿੜ ਕਰਾਇਆ, ਜਨਮ ਜਨਮਾਂਤਰਾਂ ਦੀ ਮੈਲ ਖਤਮ ਕਰ ਦਿੱਤੀ। ਨਿਵਰੇ ਦੂਤ ਦੁਸ਼ਟ ਬਹਿਰਾਈ। ਹੋਰ ਕਿਰਪਾ ਕੀਤੀ, ਆ ਜਿਹੜੇ ਦੂਤ ਸਨ, ਜਿਹੜੇ ਦੁਸ਼ਟ ਸਨ, ਜਿਹੜੇ ਮੇਰੇ ਵੈਰੀ ਸਨ, ਕਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੇ ਗੁਰੂ ਨੇ ਦੂਰ ਕਰ ਦਿੱਤੇ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, कहाँ करे कोई बेचारा, प्रभ मेरे का
बड़ प्रताप, सिमर 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 सुख पाया, चरण कमल रख मन माही, ताकि शरण परयो नानक दास, जाते ऊपर को नाही। कहणगे उस गुरु दी चरण शरण विच पए आ जिहदे वर्गा कोई होर नहीं। पाई माझी जी ने बेनती की थी, पातशाह बहुत भारी संकट है, जन्म मरण दा इस संकट विचों कृपा करके उभार लवो। सुन कै श्री अर्जन फरमायो, अपन पीर तैं तुर्क बनायो। ਇਹ ਗੱਲ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੀ ਤਾਂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਭਾਈ ਤੂੰ ਆਪਣਾ ਗੁਰੂ ਤੇ ਤੁਰਕ ਨੂੰ ਬਣਾਇਆ ਹੋਇਆ। ਗੁਰੂ ਤੂੰ ਉਹ ਬਣਾਇਆ ਜਿਹੜਾ ਆਪ ਮੁਕਤ ਨਹੀਂ ਹੈ, ਕਿਉਂਕਿ ਇਹ ਸਖੀ ਸਰਵਰ ਦੀ ਸੇਵਾ ਕਰਦੇ ਸਨ। ਇਹ ਸਾਰਾ ਪਰਿਵਾਰ, ਉਹ ਇਲਾਕਾ ਉਸ ਦਾ ਉਪਾਸ਼ਕ ਸੀ। ਤਾਂ ਕਹਿੰਦੇ ਨੇ ਵੀ ਇਹ ਗੱਲ ਚੇਤੇ ਰੱਖੀ ਵੀ ਐਸਾ ਇਹ ਗੁਰੂ ਨਾਨਕ ਦਾ ਘਰ ਹੈ, ਇਥੇ ਤੁਰਕ ਨੂੰ ਗੁਰੂ ਬਣਾ ਕੇ ਫਿਰ ਇਸ ਦਰ ਤੋਂ ਦਾਤ ਕਿਵੇਂ ਮਿਲ ਸਕਦੀ ਹੈ, ਜਿਹਨੂੰ ਆਪਾਂ ਸਧਾਰਨ ਸ਼ਬਦਾਂ ਵਿੱਚ ਸ਼ਾਇਦ ਇਹ ਕਹਿੰਦੇ ਔਰ ਅੱਗੇ ਵਿਚਾਰਾਂਗੇ ਵੀ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਇਹਦਾ ਮਤਲਬ ਤੂੰ ਪਹਿਲਾਂ ਕਿਸੇ ਦਾ ਸਿੱਖ ਹੈ, ਤੇਰਾ ਮੁਰਸ਼ਿਦ ਕੋਈ ਹੋਰ ਹੈ। ਜੇ ਗੁਰੂ ਨਾਨਕ ਨੂੰ ਦੇ ਘਰ ਨੂੰ ਆਪਣਾ ਮੁਰਸ਼ਿਦ ਬਣਾਣਾ ਹੈ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਤੈਨੂੰ ਮਰਿਆਦਾ ਦਾ ਪਾਲਣ ਕਰਨਾ ਪਵੇਗਾ। ਪਾਤਸ਼ਾਹ ਜੀ ਨੇ ਬਚਨ ਕੀਤੇ ਵੀ ਆਪਨ ਪੀਰ ਤੈ ਤੁਰਕ ਬਣਾਇਓ। ਐ ਭਾਈ ਤੂੰ ਆਪਣਾ ਪੀਰ ਤੇ ਕਿਸੇ ਤੁਰਕ ਨੂੰ ਬਣਾਇਆ ਹੈ। ਸਰਵਰ ਕੇ ਮੁਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਅਹੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਤੂੰ ਸਖੀ ਸਰਵਰ ਦਾ ਮੁਰੀਦ ਹੈ ਤੇ ਇੱਥੇ ਜਿਹੜੀ ਸਿੱਖੀ ਦੀ ਤੂੰ ਦਾਤ ਮੰਗਦਾ ਹੈ, ਇਹ ਸਿੱਖੀ ਬੜੀ ਦੁਰਲਭ ਹੈ, ਬੜੀ ਅਹਿਮ ਹੈ, ਬੜੀ ਕੀਮਤੀ ਹੈ। ਇਹ ਐਵੇਂ ਹਾਰੀ ਸਾਰੀ ਜਿਹੜਾ ਇਸ ਨੂੰ ਗ੍ਰਹਿਣ ਨਹੀਂ ਕਰ ਸਕਦਾ, ਇਹਦੇ ਵਾਸਤੇ ਬੜੇ ਵੱਡੇ ਭਾਗ ਚਾਹੀਦੇ ਨੇ। ਇਹ ਸਿੱਖੀ ਬੜੀ ਦੁਰਲਭ ਹੈ। ਖੰਡੇ ਧਾਰ ਚਲਹੇ ਨਹਿ ਗਿਰੇ, ਸੂਖਮ ਅਦਕ ਕੇਸ ਤੇ ਪਰੇ। ਪਾਤਸ਼ਾਹ ਜੀ ਕਹਿਣ ਲੱਗੇ ਸਿੱਖੀ ਤਾਂ ਇਸ ਤਰ੍ਹਾਂ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ, ਬੜੀ ਸੂਖਸ਼ਮ ਹੈ ਧਾਰ, ਬੜੀ ਬਰੀਕ ਹੈ। ਉਸ ਧਾਰ ਤੇ ਚੱਲਣਾ ਤੇ ਡਿੱਗਣਾ ਵੀ ਨਹੀਂ। ਦੇਖੋ ਰਸਤਾ ਵੀ ਬੜਾ ਬਰੀਕ ਹੈ, ਰਸਤਾ ਵੀ ਬੜਾ ਸੂਖਸ਼ਮ ਹੈ, ਪਰ ਡਿੱਗਣਾ ਵੀ ਨਹੀਂ। ਸੂਖਮ ਅਦਕ ਬਹੁਤ ਜ਼ਿਆਦਾ ਸੂਖਮ ਹੈ, ਕੇਸ ਤੇ ਪਰੇ। ਕੇਸ ਦਾ ਮਤਲਬ ਹੈ ਵਾਲ, ਕਹਿੰਦੇ ਵਾਲਾਂ ਤੋਂ ਬਰੀਕ ਹੈ। ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸਿੱਖੀ ਦਾ ਆ ਰਸਤਾ ਹੈ, ਖੰਡੇ ਤੋਂ ਤਿੱਖੀ ਹੈ, ਵਾਲ ਤੋਂ ਨਿੱਕੀ ਸੂਖਸ਼ਮ ਹੈ। ਕਹਿਣ ਲੱਗੇ ਐ ਮੰਝ, ਇਹ ਸਿੱਖੀ ਐਸੀ ਸੂਖਸ਼ਮ ਔਰ ਦੁਰਲਭ ਹੈ। ਨਹੀਂ ਕਮਾਏ ਸਕੋਗੇ ਤਾਹੀਂ, ਪ੍ਰਾਨਨ ਕੋ ਪਲਟੋ ਜਿਸ ਮਾਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਹ ਚੇਤੇ ਰੱਖੀ, ਇਹ ਸਿੱਖੀ ਕਮਾ ਨਹੀਂ ਸਕੋਗੇ। ਇਹ ਤਾਂ ਇਸ ਤਰ੍ਹਾਂ ਵੀ ਜਿਵੇਂ ਆਪਣੇ ਪ੍ਰਾਣ ਹੀ ਬਦਲਨੇ ਹੁੰਦੇ ਨੇ। ਤੂੰ ਮੁਰੀਦ ਹੈ ਸਖੀ ਸਰਵਰ ਦਾ, ਇਹ ਸਿੱਖੀ ਬੜੀ ਦੁਰਲਭ ਹੈ। ਇਸ ਸਿੱਖੀ ਨੂੰ ਕਮਾਣਾ ਭਾਈ ਤੇਰੇ ਬਸ ਦੀ ਗੱਲ ਨਹੀਂ, ਬੜਾ ਸੂਖਸ਼ਮ ਰਸਤਾ ਹੈ ਇਹ। ਆਪਾ ਜਹਾਂ ਜਨਾਵੋ ਨਾਹੀ, ਦੇਹ ਸੀਸ ਪਰ ਸੀ ਨਾ ਕਰਾਹੀ। ਕਹਿ ਲਗੇ ਇਸ ਸਿੱਖੀ ਨੂੰ ਕਮਾਉਂਦਿਆਂ ਆਪਣਾ ਆਪਾ ਕਦੀ ਨਹੀਂ ਜਨਾਈਦਾ, ਜਨਾਣਾ ਨਹੀਂ ਹੁੰਦਾ। ਸੀਸ ਦੇਣਾ ਪਰ ਸੀਸ ਦੇ ਲੱਗਿਆ ਸੀ ਵੀ ਨਹੀਂ ਕਰਨੀ ਹੁੰਦੀ। ਹਰ ਜਬ ਸਿੱਖ ਹਮਾਰੋ ਹੋਵੇ, ਆਪ ਜਸ ਲਹਿ ਸਕਲ ਧਨ ਖੋਵੇ। ਅਗਲਾ ਬਚਨ ਕਹਿੰਦੇ ਨੇ, ਐ ਭਾਈ ਮੰਝ ਜਦੋਂ ਸਾਡਾ ਤੂੰ ਸਿੱਖ ਬਣੇਗਾ ਨਾ ਤੇ ਚੇਤੇ ਰੱਖੀ ਦੁਨੀਆ ਵਿੱਚ ਬੜੀ ਨਿੰਦਿਆ ਹੋਵੇਗੀ ਤੇ। ਆਪ ਜਸ ਲਹਿ, ਅੱਜ ਤੇ ਚੌਧਰੀ ਹੈ,
ਅੱਜ ਤੇ ਤੇਰੀ ਚੌਧਰ ਹੈ, ਫਿਰ ਕਹਿੰਦੇ ਅਪਜਸ ਤੈਨੂੰ ਮਿਲੇਗਾ, ਸਕਲ ਧਨ ਖੋਵੈ, ਤੇ ਜਿੰਨਾ ਤੇਰੇ ਕੋਲ ਧਨ ਹੈ ਸਾਰਾ ਤੈਨੂੰ ਖੁੱਸ ਜਾਏਗਾ, ਤੇਰੇ ਕੋਲ ਖਤਮ ਹੋ ਜਾਏ। ਗੁਰੂ ਕੇ ਸਵਾਰਿਓ, ਇਹ ਕੀ ਭੇਦ ਹੈ? ਸਿੱਖੀ ਕਿਸੇ ਦਾ ਮਾਲ ਸਵਾਬ ਸਗੋਂ ਬਰਕਤਾਂ ਪਾਉਂਦੀ ਹੈ, ਪਰ ਇਹ ਕੀ ਭੇਦ ਹੈ? ਇਸ ਬਾਰੇ ਗੁਰੂ ਕੇ ਸਵਾਰਿਓ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਸਤਿਗੁਰੂ ਜੋ ਇਹ ਬਚਨ ਕਹਿ ਰਹੇ ਨੇ, ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰ ਦਿਓ। ਸਮਾਂ ਹੋ ਗਿਆ, ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਪਹਿਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਗੁਰੂ ਕੇ ਇਸ ਪ੍ਰਸੰਗ ਤੋਂ ਸਿੱਖਿਆ ਲੈਣੀ ਕਿ ਸਤਿਗੁਰੂ ਜੀ ਦੀ ਸਿੱਖੀ ਨੂੰ ਗ੍ਰਹਿਣ ਕਰਨ ਵਾਸਤੇ ਕਿਸ ਢੰਗ ਨਾਲ ਆਉਣਾ ਚਾਹੀਦਾ ਹੈ, ਔਰ ਸਿੱਖੀ ਕੀ ਚੀਜ਼ ਹੈ, ਕਿੰਨੀ ਬਰੀਕ ਹੈ, ਇਹ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਉਸ ਨੂੰ ਕਮਾਉਣ ਵਾਸਤੇ ਜਿਹੜੇ ਜਿਹੜੇ ਬੋਲ ਕਹਿਣਗੇ ਉਹਨਾਂ ਨੂੰ ਆਪਣੇ ਜੀਵਨ ਤੇ ਹੰਡਾਣਾ ਹੁੰਦਾ। ਸਤਿਗੁਰੂ ਮਿਹਰ ਕਰਨ। ਇੰਨੀਆਂ ਕੋ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ ਜੇ। ਪਿਆਰ ਸਹਿਤ ਸਾਰੇ ਗੁਰ ਫਤਿਹ ਬੁਲਾਵੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।